हेलो एवरीवन, आई एम योर मैंटोर फ्रॉम ओडीसी एंड अज असीं लैके आए हैं कुछ ਇਹੋ ਜਿਹੇ टिप्स एंड ट्रिक्स ਜਿਹਦੇ ਨਾਲ ਤੁਸੀਂ ਆਪਦੇ ਆਇਲਸ ਮੋਡਿਊਲ ਜਿਹੜੇ ਕਿ ਹੈਗੇ ਆ ਰੀਡਿੰਗ, ਲਿਸਨਿੰਗ, ਰਾਈਟਿੰਗ ਐਂਡ ਸਪੀਕਿੰਗ ਉਹਨਾਂ ਨੂੰ ਇੰਪਰੂਵ ਕਰ ਸਕਦੇ ਹੋ। ਸੋ ਰਾਜੇ, ਜੇ ਤੁਸੀਂ ਆਪਦੀ ਰੀਡਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਦ ਫਸਟ ਐਂਡ ਦ ਫੋਰਮੋਸਟ ਥਿੰਗ ਇਜ਼ ਯੂ ਹੈਵ ਟੂ ਰੀਡ ਮੋਰ। ਤੁਹਾਨੂੰ ਹੋਰ ਜ਼ਿਆਦਾ ਰੀਡ ਕਰਨਾ ਪਊਗਾ। ਤੁਸੀਂ ਕੋਈ ਵੀ ਆਪਦੀ ਇੰਟਰਸਟ ਦੀ बुक ਲੈ ਸਕਦੇ ਹੋ, ਚਾਹੇ ਉਹ ਲਾਈਕ ਕੋਈ ਫੈਂਟਸੀ बुक ਹੋ ਗਈ, ਰੋਮਾਂਟਿਕ, ਜਾਂ ਜੋ ਵੀ ਤੁਹਾਨੂੰ बुक ਵਧੀਆ ਲੱਗਦੀ ਹੈ, ਜਿਹਦੀ ਸਟੋਰੀ ਤੁਸੀਂ ਪੜ੍ਹਨਾ ਚਾਹੁੰਦੇ ਹੋ। ਉਹ ਕੋਈ ਮੋਟੀਵੇਸ਼ਨਲ बुक ਵੀ ਹੋ ਸਕਦੀ ਹੈ, ਉਹਨੂੰ ਤੁਸੀਂ ਰੀਡ ਕਰੋ। ਜਦੋਂ ਤੁਸੀਂ ਇਹੋ ਜਿਹਾ ਕੁਝ ਰੀਡ ਕਰੋਗੇ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੈ, ਇਹਦੇ ਨਾਲ ਤੁਹਾਡੀ ਜਿਹੜੀ ਸਪੀਡ ਹੈ ਰੀਡ ਕਰਨ ਦੀ ਉਹ ਵਧੀਆ ਹੋਗੀ, ਜਿਹਦੇ ਨਾਲ ਤੁਸੀਂ ਵਧੀਆ ਟਾਈਮ ਮੈਨੇਜ ਵੀ ਕਰ ਸਕਦੇ ਹੋ। ਸੈਕਿੰਡ ਇਜ਼ ਕਿ ਤੁਸੀਂ ਰੀਡਿੰਗ ਲਾਈਕ ਜਦੋਂ ਕਰਨੀ ਹੈ ਤਾਂ ਤੁਸੀਂ ਨਿਊਜ਼ਪੇਪਰ ਰੀਡਿੰਗ ਸਟਾਰਟ ਕਰੋ। ਉਹਦੇ ਵਿੱਚ ਤਾਂ ਤੁਹਾਡੀ ਜਰਨਲ ਨੌਲੇਜ ਇੰਪਰੂਵ ਹੋ, ਤੁਹਾਨੂੰ ਵਧੀਆ ਆਈਡੀਆਜ਼ ਆਉਣਗੇ, ਕਰੰਟ ਸਿਚੁਏਸ਼ਨਸ ਬਾਰੇ ਤੁਹਾਨੂੰ ਪਤਾ ਹੋਊਗਾ। ਪਲੱਸ ਜਿਹੜੇ ਡਿਫਿਕਲਟ ਵਰਡਸ ਲੱਗਦੇ ਆ ਤੁਹਾਨੂੰ, ਤੁਸੀਂ ਉਹ ਨੋਟ ਡਾਊਨ ਕਰ ਸਕਦੇ ਹੋ ਆਪਦੀ ਕਾਪੀ ਤੇ, ਹਨਾ, ਰਾਦਰ ਦੈਨ ਮੈਮੋਰਾਈਜ਼ਿੰਗ ਕੀ ਦਿਮਾਗ ਵਿੱਚ ਰੱਖਣਾ। ਤੁਸੀਂ ਉਹਨਾਂ ਦੇ ਨੋਟਸ ਬਣਾ ਲਓ, ਫਿਰ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ। ਐਂਡ ਰੈਗੂਲਰਲੀ ਜਦੋਂ ਆਪਾਂ ਉਹਨਾਂ ਵਰਡਸ ਨੂੰ ਆਪਦੀ ਲਾਈਫ ਵਿੱਚ ਯੂਜ਼ ਕਰਾਂਗੇ, ਆਪਣੇ ਦਿਮਾਗ ਵਿੱਚ ਆਪਣੇ ਰਹਿਣਗੇ, ਆਪਾਂ ਉਹਨਾਂ ਨੂੰ ਰੋਜ਼-ਰੋਜ਼ ਪੜ੍ਹਾਂਗੇ, ਉਹਦੇ ਨਾਲ ਆਪਣੀ ਨੈਚੁਰਲੀ ਜਿਹੜੇ ਹੋਰ ਮੋਡਿਊਲ ਹੈ ਸਪੀਕਿੰਗ ਜਾਂ ਰਾਈਟਿੰਗ ਦਾ ਉਹ ਵੀ ਇੰਪਰੂਵ ਹੋ। ਪਲੱਸ ਆਪਣੀ ਜਿਹੜੀ ਰੀਡਿੰਗ ਦੇ ਵਿੱਚ ਆਪਾਂ ਨੂੰ ਪੇਸ਼ੈਂਸ ਚਾਹੀਦੀ ਹੁੰਦੀ ਹੈ ਉਹ ਵੀ ਇੰਪਰੂਵ ਹੋ, ਤੇ ਤੁਸੀਂ ਰੀਡਿੰਗ ਨੂੰ ਇੱਕ ਵਧੀਆ ਬੈਂਡ ਸਕੋਰ ਉਹਦੇ ਵਿੱਚ ਅਚੀਵ ਕਰ ਸਕਦੇ ਹੋ। ਸੈਕਿੰਡ ਹੈਗਾ ਆਪਣੇ ਕੋਲ ਲਿਸਨਿੰਗ। ਸੋ ਲਿਸਨਿੰਗ ਲਈ ਸਭ ਤੋਂ ਸੌਖਾ ਤਰੀਕਾ ਜੇ ਆਪਾਂ ਕਹੀਏ, ਆਪਾਂ ਨੂੰ ਸਟਾਰਟ ਕਰਨਾ ਚਾਹੀਦਾ ਹੈ ਲਿਸਨਿੰਗ ਬਾਈ ਸਮ ਸੌਂਗਸ। ਉਹ ਸੌਂਗਸ ਨੂੰ ਜੇ ਤੁਸੀਂ ਲਿਰਿਕਸ ਨਾਲ ਸੁਣੋਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ। ਤੁਹਾਡੇ ਸਪੈਲਿੰਗਸ ਜਾਂ ਜੋ ਉਹ ਬੋਲ ਰਹੇ ਆ ਉਹ ਜ਼ਿਆਦਾ ਕਲੀਅਰ ਹੋਣਗੇ। ਜਾਂ ਫਿਰ ਤੁਸੀਂ ਕੋਈ ਵੈਬ ਸੀਰੀਜ਼ ਦੇਖ ਸਕਦੇ ਹੋ ਜਿਹਦੇ ਨਾਲ ਉਹਨਾਂ ਦੇ ਸਬ ਟਾਈਟਲਸ ਨਾਲ ਤੁਹਾਨੂੰ ਨਵੇਂ ਵਰਡਸ ਬਾਰੇ ਪਤਾ ਲੱਗੂਗਾ ਐਂਡ ਤੁਹਾਡੀ ਲਿਸਨਿੰਗ ਜਿਹੜੀ ਹੈ ਉਹ ਇੰਪਰੂਵ ਹੋਊਗੀ। ਥਰਡ, ਜਦੋਂ ਆਪਾਂ ਗੱਲ ਕਰਦੇ ਹਾਂ ਸਪੀਕਿੰਗ ਦੀ, ਆਈ ਸ਼ੁਡ ਸੁਜੈਸਟ ਕਿ ਤੁਸੀਂ ਮਿਰਰ ਦੇ ਸਾਹਮਣੇ, ਸ਼ੀਸ਼ੇ ਦੇ ਸਾਹਮਣੇ ਖੁਦ ਨਾਲ ਗੱਲਾਂ ਕਰਨੀਆਂ ਸ਼ੁਰੂ ਕਰੋ, ਸਪੈਸ਼ਲੀ ਇੰਗਲਿਸ਼ ਦੇ ਵਿੱਚ। ਇਹਦੇ ਨਾਲ ਕੀ ਹੋਊਗਾ, ਇਫ ਯੂ ਕੈਨ ਫੇਸ ਯੋਰਸੈਲਫ, ਜੇ ਤੁਸੀਂ ਖੁਦ ਨਾਲ ਗੱਲ ਕਰ ਸਕਦੇ ਹੋ ਸ਼ੀਸ਼ੇ ਦੇ ਸਾਹਮਣੇ, ਤੁਹਾਡੀ ਨਰਵਸਨੈਸ, ਸ਼ਾਈਨੈਸ ਇਹ ਦੂਰ ਹੋਊਗੀ। ਤੁਸੀਂ ਜ਼ਿਆਦਾ ਕੌਨਫੀਡੈਂਟ ਫੀਲ ਕਰੋਗੇ, ਕਿਉਂਕਿ ਜੇ ਤੁਸੀਂ ਖੁਦ ਨੂੰ ਫੇਸ ਕਰ ਰਹੇ ਹੋ ਤਾਂ ਤੁਸੀਂ ਕਿਸੇ ਨੂੰ ਵੀ ਫੇਸ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵੌਇਸ ਰਿਕਾਰਡਰਸ ਕਰ ਸਕਦੇ ਹੋ, ਜਿਹਦੇ ਨਾਲ ਤੁਸੀਂ ਆਪਦੀ ਮਿਸਟੇਕਸ ਜਾਣ ਸਕਦੇ ਹੋ ਕਿ ਮੈਂ ਇੱਥੇ ਕੀ ਮਿਸਟੇਕ ਕੀਤੀ ਹੈ, ਜਾਂ ਮੈਂ ਕਿੰਨਾ ਫਲੂਐਂਟ ਹਾਂ, ਜਾਂ ਮੈਂ ਇਹਨੂੰ ਹੋਰ ਕਿਵੇਂ ਇੰਪਰੂਵ ਕਰ ਸਕਦਾ। ਇਹਦੇ ਨਾਲ ਤੁਹਾਡੇ ਕੋਲ ਇੱਕ ਰਿਕਾਰਡ ਵੀ ਬਣਿਆ ਰਹੂਗਾ, ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਊ ਕਿ ਪਹਿਲਾਂ ਨਾਲੋਂ ਮੈਂ ਹੁਣ ਕਿੰਨਾ ਇੰਪਰੂਵ ਕੀਤਾ, ਰਾਈਟ। ਤਾਂ ਸਪੀਕਿੰਗ ਦੇ ਤੁਸੀਂ ਇੱਦਾਂ ਇੰਪਰੂਵ ਕਰ ਸਕਦੇ ਹੋ। ਤੇ ਜਿਹੜਾ ਸਾਡਾ ਫੋਰਥ ਮੋਡਿਊਲ ਹੁੰਦਾ ਆਇਲਸ ਦੇ ਵਿੱਚ, ਰਾਈਟਿੰਗ ਦੇ ਵਿੱਚ, ਉਹਦੇ ਵਿੱਚ ਤੁਸੀਂ ਰਾਈਟ ਕਰਨ ਤੋਂ ਪਹਿਲਾਂ ਯੂ ਸ਼ੁਡ ਰੀਡ। ਸੋ ਜਦੋਂ ਵੀ ਤੁਸੀਂ ਕੋਈ ਟੌਪਿਕ ਤੁਹਾਨੂੰ ਮਿਲਦਾ ਹੈ, ਹੋਮਵਰਕ ਮਿਲਦਾ ਹੈ, ਜਾਂ ਵੈਸੇ ਵੀ ਤੁਸੀਂ ਕੋਈ ਟੌਪਿਕ ਲਿਖਣਾ ਸ਼ੁਰੂ ਕਰਦੇ ਹੋ, ਮੈਨੂੰ ਇੱਦਾਂ ਲੱਗਦਾ ਕਿ ਤੁਹਾਨੂੰ ਪਹਿਲਾਂ ਰੀਡ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਉਸ ਐਸੇ ਦੇ 2 ਜਾਂ 3 ਟੌਪਿਕ ਪੜ੍ਹ ਲੈਂਦੇ ਹੋ ਡਿਫਰੈਂਟ ਰਾਈਟਰਸ ਦੇ, ਇੱਕ ਤਾਂ ਆਈਡੀਆ ਤਾਂ ਆਲਮੋਸਟ ਆਪਾਂ ਕਹਿ ਦਿੰਦੇ ਹਾਂ ਵੀ ਸੇਮ ਹੈ, ਹਨਾ, 5 ਜਾਂ 6 ਆਈਡੀਆ ਉਹੀ ਵਾਰੀ-ਵਾਰ ਰਿਪੀਟ ਹੋ ਰਿਹਾ ਹੈ। ਉਹ ਰਾਜੇ ਜਿਹੜਾ ਰੈਪੀਟੇਸ਼ਨ ਹੁੰਦੀ ਹੈ ਉਹ ਆਪਾਂ ਨੂੰ ਪਤਾ ਲੱਗਦਾ ਵੀ ਹਰ ਇੱਕ ਰਾਈਟਰ ਨੇ ਉਸਨੂੰ ਕਿਸ ਢੰਗ ਨਾਲ ਲਿਖਿਆ, ਕਿਵੇਂ ਮੋਲਡ ਕਰਕੇ ਲਿਖਿਆ, ਕਿਵੇਂ ਆਪਦੇ ਆਈਡੀਆ ਨੂੰ ਐਕਸਪਲੇਨ ਕੀਤਾ। ਇਹਦੇ ਨਾਲ ਆਪਣਾ ਸੈਂਟੈਂਸ ਸਟਰਕਚਰ ਵੀ ਇੰਪਰੂਵ ਹੁੰਦਾ ਹੈ, ਆਪਾਂ ਨੂੰ ਨਵੇਂ ਆਈਡੀਆਜ਼ ਮਿਲਦੇ ਹੈ, ਆਪਣੀ ਨੌਲੇਜ ਵੱਧਦੀ ਹੈ, ਰਾਈਟ। ਤਾਂ ਆਪਾਂ ਨੂੰ ਹੋਰ ਨਵੇਂ ਆਈਡੀਆਜ਼ ਆਉਂਦੇ ਵੀ ਆਪਾਂ ਆਪਦੀ ਰਾਈਟਿੰਗ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ। ਸੈਕੰਡਲੀ, ਤੁਸੀਂ ਰਾਈਟਿੰਗ ਲਈ ਬਣਾ ਸਕਦੇ ਹੋ ਪਹਿਲਾਂ ਕੀ ਨੋਟਸ, ਚਾਹੇ ਟਾਸਕ 1 ਹੈ ਚਾਹੇ ਟਾਸਕ 2 ਹੈ। ਟਾਸਕ 1 ਆਪਾਂ ਨੂੰ ਪਤਾ ਇੱਕ ਗ੍ਰਾਫ ਹੁੰਦਾ ਜਿਹਦੀ ਆਪਾਂ ਸਮਰੀ ਲਿਖਣੀ ਹੁੰਦੀ ਹੈ, ਤੇ ਟਾਸਕ ਜਿਹੜਾ 2 ਹੁੰਦਾ ਉਹਦੇ ਵਿੱਚ ਕੋਈ ਵੀ ਜਰਨਲ ਟੌਪਿਕ ਹੁੰਦਾ, ਉਹਦੇ ਰਿਗਾਰਡਿੰਗ ਆਪਾਂ ਐਸੇ ਲਿਖਣਾ ਹੈ। ਉਹਨੂੰ ਇੰਪਰੂਵ ਕਰਨ ਲਈ ਤੁਸੀਂ ਪਹਿਲਾਂ ਕੀ ਨੋਟਸ ਬਣਾਓ। ਜਦੋਂ ਤੁਸੀਂ ਪਹਿਲਾਂ ਕੀ ਨੋਟਸ ਬਣਾਏ ਹੋਣਗੇ, ਤੁਸੀਂ ਲਿਖਣ ਵਕਤ ਜਦੋਂ ਐਗਜ਼ਾਮ ਲਿਖ ਰਹੇ ਹੋ ਜਾਂ ਵੈਸੇ ਕੁਝ ਐਸੇ ਵਗੈਰਾ ਲਿਖ ਰਹੇ ਹੋ, ਤੁਸੀਂ ਕਨਫਿਊਜ਼ ਨਹੀਂ ਹੋਵੋਗੇ, ਤੁਹਾਨੂੰ ਵਾਰੀ-ਵਾਰ ਇਰੇਜ਼ ਨਹੀਂ ਕਰਨਾ ਪਊਗਾ। ਜਦੋਂ ਤੁਸੀਂ ਇਰੇਜ਼ ਨਹੀਂ ਕਰੋਗੇ, ਤੁਹਾਡੇ ਕੋਲ ਪਹਿਲਾਂ ਹੀ ਆਈਡੀਆ ਹੈਗਾ, ਤੁਹਾਨੂੰ ਪਤਾ ਹੈ ਤੁਸੀਂ ਉਹਨੂੰ ਇਲੈਬੋਰੇਟ ਕਿਵੇਂ ਕਰਨਾ ਹੈ, ਰਾਈਟ। ਨਾਲੇ ਜਦੋਂ ਤੁਸੀਂ ਪਹਿਲਾਂ ਕੀ ਪੁਆਇੰਟਸ ਨੋਟ ਕੀਤੇ ਹੋਣਗੇ, ਤੁਹਾਨੂੰ ਪਤਾ ਲੱਗੂਗਾ ਵੀ ਯਾਰ ਆਹ ਪੁਆਇੰਟ ਜ਼ਿਆਦਾ ਸਟਰੋਂਗ ਹੈ, ਤੁਸੀਂ ਉਹਨੂੰ ਪਹਿਲਾਂ ਲਿਖੋਗੇ, ਰਾਈਟ, ਜ਼ਿਆਦਾ ਬੈਂਡ ਸਕੋਰ ਅਚੀਵ ਕਰਨ ਲਈ। ਸੋ ਜਦੋਂ ਤੁਸੀਂ ਕੀ ਨੋਟਸ ਬਣਾ ਲੈਣੇ ਹੋ, ਇਹਦੇ ਨਾਲ ਤੁਹਾਡਾ ਟਾਈਮ ਘੱਟ ਵੇਸਟ ਹੁੰਦਾ ਹੈ, ਤੁਸੀਂ ਜ਼ਿਆਦਾ ਵਧੀਆ ਐਕਸਪਲੇਨ ਕਰ ਸਕਦੇ ਹੋ ਤੇ ਤੁਸੀਂ ਵਧੀਆ ਸਕੋਰ ਕਰ ਸਕਦੇ ਹੋ। ਸੋ ਆ ਜਿਹੜੀਆਂ ਛੋਟੀਆਂ ਟਿਪਸ ਐਂਡ ਟ੍ਰਿਕਸ ਹੈ, ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ, ਆਪਦੀ ਰੈਗੂਲਰ ਲਾਈਫ ਦਾ ਪਾਰਟ ਬਣਾ ਸਕਦੇ ਹੋ। ਰੀਡਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹਦੇ ਨਾਲ ਤੁਸੀਂ ਜ਼ਿਆਦਾ ਫਲੂਐਂਟ ਹੋਵੋਗੇ, ਤੁਹਾਡੇ ਜਦੋਂ ਨੌਲੇਜ ਵਧੂਗੀ, ਨੌਲੇਜ ਨਾਲ ਆਟੋਮੈਟਿਕਲੀ ਆਪਣਾ ਕੌਨਫੀਡੈਂਸ ਵੱਧਦਾ ਹੈ ਐਂਡ ਸਪੀਕਿੰਗ ਵਿੱਚ ਵੀ ਆਪਣੇ ਫਲੂਐਂਸੀ ਆਊਗੀ, ਆਪਾਂ ਨੂੰ ਨਵੇਂ ਵਰਡਸ ਬਾਰੇ ਪਤਾ ਲੱਗੂਗਾ। ਆਪਾਂ ਵਰਡਸ ਨੂੰ ਰਾਈਟਿੰਗ ਵਿੱਚ ਜਦੋਂ ਯੂਜ਼ ਕਰਾਂਗੇ, ਸਿਨੋਨਿਮਸ ਜ਼ਿਆਦਾ ਯੂਜ਼ ਕਰਾਂਗੇ, ਆਪਣੀ ਰਾਈਟਿੰਗ ਵੀ ਇੰਪਰੂਵ ਹੋਊਗੀ। ਐਂਡ ਲਿਸਨਿੰਗ ਲਈ ਵੀ ਜਦੋਂ ਆਪਾਂ ਕੁਝ ਰੀਡ ਕਰ ਰਹੇ ਹਾਂ ਤਾਂ ਆਪਣੇ ਦਿਮਾਗ ਵਿੱਚ ਜਿਹੜੇ ਵਰਡਸ ਹੈ ਉਹ ਜ਼ਿਆਦਾ ਕਲੀਅਰ ਰਹਿਣਗੇ, ਆਪਣੇ ਜਿਹੜੇ ਸਪੈਲਿੰਗ ਮਿਸਟੇਕਸ ਹੈ, ਸਪੈਲਿੰਗ ਦੇ ਜਿਹੜੇ ਐਰਰਸ ਹੈ ਉਹ ਘੱਟ ਹੋਣਗੇ, ਤੇ ਤੁਸੀਂ ਬਹੁਤ ਵਧੀਆ ਆਪਦਾ ਬੈਂਡ ਸਕੋਰ ਅਚੀਵ ਕਰ ਸਕਦੇ ਹੋ, ਆਪਦਾ ਡਿਜ਼ਾਇਰਡ ਬੈਂਡ ਸਕੋਰ ਅਚੀਵ ਕਰ ਸਕਦੇ ਹੋ। ਸੋ ਫॉर ਮੋਰ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰੋ। ਪਲੱਸ ਮਹੇਸ਼ਵਰੀ ਚੌਂਕ ਬਠਿੰਡਾ ਵਿੱਚ ਸਾਡਾ ਆਫਿਸ ਹੈ, ਉੱਥੇ ਤੁਸੀਂ ਆ ਕੇ ਆਇਲਸ ਵਿੱਚ ਜਾਂ ਪੀਟੀ ਵਿੱਚ ਅਨਰੋਲ ਕਰੋ ਤੇ ਆਪਦੇ ਡਿਜ਼ਾਇਰਡ ਬੈਂਡ ਸਕੋਰ ਅਚੀਵ ਕਰੋ। ਪਲੱਸ ਵੀ ਹੈਵ ਅ ਨਿਊ ਈਅਰ ਆਫਰ, ਜਿਹਦੇ ਵਿੱਚ ਤੁਸੀਂ 31 ਦਸੰਬਰ ਤੋਂ ਪਹਿਲਾਂ ਆਇਲਸ ਜਾਂ ਪੀਟੀ ਦੀ ਕਲਾਸਿਸ ਵਿੱਚ ਇਨਰੋਲ ਕਰਦੇ ਹੋ। 3 ਮੰਥਸ ਦੀ ਫੀਸ ਤੁਹਾਨੂੰ ਓਨਲੀ
12,000 ਫੀ ਪੇ ਕਰਨੀ ਪਊਗੀ। ਸੋ ਅੱਜ ਹੀ ਆ ਸਾਰੀਆਂ ਆਫਰਸ ਨੂੰ ਗ੍ਰੈਬ ਕਰੋ, ਸਾਡੇ ਤੋਂ ਆ ਕੇ ਸਿੱਖੋ ਕਿ ਕਿੱਦਾਂ ਤੁਸੀਂ ਆਪਦੇ ਬੈਂਡ ਸਕੋਰ ਨੂੰ ਅਚੀਵ ਕਰ ਸਕਦੇ ਹੋ, ਬਿਕੋਜ਼ ਅਸੀਂ ਸਿੰਗਲ ਮੋਡਿਊਲ ਕਲਾਸਿਸ ਵੀ ਦੇ ਰਹੇ ਹਾਂ ਜਿਹਦੇ ਨਾਲ ਤੁਹਾਡਾ ਟਾਈਮ ਤੇ ਪੈਸਾ ਵੇਸਟ ਨਾ ਹੋਵੇ ਤੇ ਤੁਸੀਂ ਅਫੋਰਡੇਬਲੀ ਆਪਦੇ ਸਾਰੇ ਸੁਪਨੇ ਪੂਰੇ ਕਰ ਸਕੋ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।